बहुत ही सत्कारयोग बेरोजगार ETT 2364 अध्यापक साथियों, सारिਆਂ ਨੂੰ सत श्री अकाल। साथियों, लाइव लिंक ਜਿਹੜਾ ਉਹ ग्रुपां ਦੇ ਵਿੱਚ शेयर कर ਦਿਓ ਤਾਂ ਜੋ ਵੱਧ ਤੋਂ ਵੱਧ ਸਾਥੀਆਂ ਤੱਕ ਮੇਰੀ ਆਵਾਜ਼ ਪਹੁੰਚ ਸਕੇ। साथियों, सारिਆਂ ਨੂੰ पता है कि अपनी 2364 भर्ती ਨੂੰ ਲੈ ਕੇ 20 जुलाई की ਜਿਹੜੀ ਹੀਰਿੰਗ ਆ पंजाब एंड हरियाणा हाई कोर्ट ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ है। और ਜਿਹੜੇ ਸਾਡੇ ਐਡਵੋਕੇਟ ਸਰ ਜਿਹੜੇ ਸਾਡੀ ਟੀਮ ਨੇ ਹਾਇਰ ਕੀਤੇ ਹੋਏ ਨੇ, ਤਾਂ ਪਹਿਲਾਂ ਵੀ ਮੈਂ ਦੱਸ ਚੁੱਕਿਆ ਕਿ ਉਹਨਾਂ ਦੀ ਜਿਹੜੀ ਬਣਦੀ ਫੀਸ ਆ 1.25 ਲੱਖ ਰੁਪਈਆ ਸਾਥੀਓ ਅਜੇ ਰਹਿੰਦੀ ਹੈ। ਤਾਂ ਸਾਥੀਓ, ਫੰਡ ਦੀ ਜਿਹੜੀ ਹੈ ਬਹੁਤ ਕਮੀ ਚੱਲ ਰਹੀ ਹੈ। 1.25 ਲੱਖ ਅਜੇ ਤੱਕ ਪੂਰਾ ਨਹੀਂ ਹੋਇਆ। ਅਜੇ ਵੀ ਜਿਹੜਾ ਫੰਡ ਆ ਸਾਡੇ ਕੋਲ 50,000 ਦੇ ਕਰੀਬ ਜਿਹੜਾ ਉਹ ਘੱਟ ਪੈ ਰਿਹਾ। ਤਾਂ ਸਾਥੀਓ, ਤੁਹਾਨੂੰ ਪਤਾ ਹੀ ਹੈ, ਕਦੇ ਚੰਡੀਗੜ੍ਹ, ਕਦੀ ਪਟਿਆਲਾ, ਕਦੀ ਮਾਨਸਾ, ਕਦੀ ਕਿਤੇ। ਤਾਂ ਸਾਥੀਓ, ਲਾਮਬੰਦੀ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ। ਅੱਜ ਦੀ ਜਿਹੜੀ ਲਾਮਬੰਦੀ ਦਾ ਪ੍ਰੋਗਰਾਮ ਹੈ, ਮਾਨਸਾ 2 ਵਜੇ ਔਰ ਬੁਢਲਾਡਾ 5 ਵਜੇ ਦਾ ਜਿਹੜਾ ਟਾਈਮਰ ਰੱਖਿਆ ਗਿਆ। ਔਰ ਸਾਥੀਓ, ਤੁਹਾਨੂੰ ਇਹ ਵੀ ਪਤਾ ਹੈ ਕਿ ਸਾਨੂੰ 2364 ਭਰਤੀ ਦੇ ਸੰਬੰਧ ਵਿੱਚ ਇੱਕ ਜਿਹੜੀ ਪੈਨਲ ਮੀਟਿੰਗ ਹੈ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਨਾਲ ਔਰ AG ਪੰਜਾਬ ਜੀ ਨਾਲ ਮਿਲ ਚੁੱਕੀ ਹੈ। ਸੋ ਸਾਥੀਓ, ਜਿਹੜੀ ਆਪਣੀ ਮੀਟਿੰਗ ਹੈ, ਉਮੀਦ ਹੈ ਕਿ ਸੁਚਾਰੂ ਰੂਪ ਦੇ ਨਾਲ ਜਿਹੜੀ ਆ ਉਹ ਸਫਲ ਹੋਊਗੀ। ਤਾਂ ਸਾਥੀਓ, ਜੇਕਰ ਮੀਟਿੰਗ ਦੇ ਵਿੱਚ ਕੋਈ ਪੁਖਤਾ ਹੱਲ ਨਹੀਂ ਹੁੰਦਾ ਜਾਂ 20 ਤਰੀਕ ਨੂੰ ਸਾਡੀ ਭਰਤੀ ਹੈ ਜਿਹੜੀ ਉਹ ਬਹਾਲ ਨਹੀਂ ਹੁੰਦੀ, ਵੈਸੇ ਤਾਂ ਪੂਰੀ ਉਮੀਦ ਹੈ ਕਿ 20 ਤਰੀਕ ਨੂੰ ਭਰਤੀ ਜਿਹੜੀ ਬਹਾਲ ਜ਼ਰੂਰ ਹੋਊਗੀ। ਕੁਝ ਕਾਰਨਾਂ ਕਰਕੇ ਅਗਰ ਕੋਈ ਤਕਨੀਕੀ ਦਿੱਕਤ ਆਉਂਦੀ ਆ ਤਾਂ ਸਾਥੀਓ ਤਿਆਰ ਰਹਿਣਾ ਜੇ। ਮੌਸਮ ਆ ਜਿਹੜਾ ਜਿੱਥੇ ਸਰਕਾਰ ਸਾਡੀ ਪ੍ਰੀਖਿਆ ਲੈ ਰਹੀ ਆ, ਉੱਥੇ ਰੱਬ ਵੀ ਜਿਹੜਾ ਇਨੀ ਦਿਨੀ ਜਿਹੜਾ ਉਹ ਕਹਿਰਵਾਨ ਬਣਿਆ ਹੋਇਆ। ਮੌਸਮ ਦਾ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਇਨੀ ਦਿਨੀ ਜਿਹੜਾ ਉਹ ਸਹੀ ਨਹੀਂ ਚੱਲ ਰਿਹਾ। ਪਰ ਸਾਥੀਓ, ਬਿਨਾਂ ਮੌਸਮ ਦੀ ਪਰਵਾਹ ਕੀਤੇ, ਕਿਉਂਕਿ ਜਦੋਂ ਤੁਸੀਂ 2364 ਭਰਤੀ ਦੇ ਵਿੱਚ ਜੁਆਇਨ ਕਰ ਜਾਓਗੇ ਤਾਂ ਸਾਥੀਓ, ਤੁਹਾਨੂੰ ਦੱਸ ਦਈਏ, ਤੁਹਾਨੂੰ ਸਕੂਲ ਦੇ ਵਿੱਚ ਹਰ ਹਾਲੇ ਜਿਹੜਾ ਉਹ ਹਾਜ਼ਰ ਹੋਣਾ ਪਏਗਾ। ਸੋ ਸਾਥੀਓ, ਜੇ ਆਪਾਂ ਜੌਬ ਤੋਂ ਬਾਅਦ ਆਪਾਂ ਡਿਊਟੀ ਕਰਨੀ ਹੈ ਕਿਸੇ ਬਿਨਾਂ ਮੌਸਮ ਦੀ ਪਰਵਾਹ ਦੇ, ਤਾਂ ਜੌਬ ਨੂੰ ਹਾਸਲ ਕਰਨ ਦੇ ਲਈ ਅਸੀਂ ਢਿੱਲੇ ਕਿਉਂ ਪੈ ਜਾਂਦੇ ਹਾਂ? ਅਸੀਂ ਕਿਉਂ ਮੌਸਮ ਦਾ ਬਹਾਨਾ ਲਾਉਂਦੇ ਹਾਂ ਕਿ ਜੀ ਅੱਜ ਤਾਂ ਬਾਰਿਸ਼ ਹੀ ਨਹੀਂ ਹੈਗੀ, ਅੱਜ ਬਾਰਿਸ਼ ਹੋ ਰਹੀ ਹੈ, ਇਸ ਕਰਕੇ ਅਸੀਂ ਆ ਹੀ ਨਹੀਂ ਸਕਦੇ। ਲੀਲਾ ਭਵਨ ਪਟਿਆਲਾ ਦੇ ਵਿੱਚ ਟਾਵਰ ਦਾ ਪ੍ਰੋਟੈਸਟ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ। ਬਾਰਿਸ਼ ਪੈਂਦੀ ਸੀ, ਤਰਪਾਲ ਦਾ ਛੱਤ ਬਣਿਆ ਸੀ, ਪਰ ਬਾਰਿਸ਼ ਅੱਗੇ ਕਿਸੇ ਚੀਜ਼ ਦਾ ਕੋਈ ਜ਼ੋਰ ਨਹੀਂ। ਮਸਾਂ ਹੀ 2-4 ਦਿਨ ਤਰਪਾਲ ਕੱਢਦੀ ਸੀ ਤੇ ਮੀਂਹ ਹਨੇਰੀ ਨਾਲ ਜਿਹੜੀ ਤਰਪਾਲ ਜਿਹੜੀ ਉਹ ਫਟ ਜਾਂਦੀ ਸੀ, ਪਰ ਕਦੀ ਪਰਵਾਹ ਨਹੀਂ ਕੀਤੀ। ਸੋ ਸਾਥੀਓ, ਬਿਨਾਂ ਮੌਸਮ ਦੀ ਪਰਵਾਹ ਕੀਤੇ ਜਦੋਂ ਵੀ ਸਾਥੀਓ ਅਸੀਂ ਤੁਹਾਨੂੰ ਕਾਲ ਦੇਵਾਂਗੇ, ਸਾਥੀਓ ਤੁਸੀਂ ਆਪਣਾ ਪੂਰਾ ਬੰਦੋਬਸਤ ਕਰਕੇ ਸੋ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨਾ ਹੈ। बहुत सारे साथी कॉल करते हैं, मैसेज करते हैं कि 2364 भर्ती बहाल होगी
ਸਾਥੀਓ ਤੁਹਾਨੂੰ ਦੱਸ ਦਈਏ ਕਿ 2364 ਭਰਤੀ ਹਰ ਹਾਲਤ ਦੇ ਵਿੱਚ ਬਹਾਲ ਹੋਊਗੀ। ਜਿੰਨਾ ਚਿਰ ਭਰਤੀ ਜਿਹੜੀ ਬਹਾਲ ਹੋ ਕੇ ਸਾਡੇ 2364 ਅਧਿਆਪਕ ਜਿਹੜੇ ਜੁਆਇਨ ਕਰਕੇ ਸਕੂਲਾਂ 'ਚ ਨਹੀਂ ਪਹੁੰਚ ਜਾਂਦੇ, ਸਾਥੀਓ ਅਸੀਂ ਵੀ ਟਿਕ ਕੇ ਬੈਠਣ ਵਾਲੇ ਨਹੀਂ ਹੈਗੇ। ਅੱਜ ਮੈਨੂੰ ਪਟਿਆਲੇ ਆਇਆਂ ਨੂੰ ਲਗਭਗ ਤੀਜਾ ਦਿਨ ਹੋ ਚੱਲਿਆ। ਲਾਮਬੰਦੀ ਦੀ ਕਾਰਗੁਜ਼ਾਰੀ ਜਿਹੜੀ ਅੱਜ ਤੋਂ ਫਿਰ ਆਰੰਭੀ ਜਾ ਰਹੀ ਆ, ਕਿਉਂਕਿ ਪਿਛਲੇ ਕੱਲ ਜਿਹੜਾ ਇੱਕ ਦਿਨ ਪਹਿਲਾਂ ਮੇਰਾ ਜਿਹੜਾ ਪਲਾਸਟਰ ਉਹ ਖਰਾਬ ਹੋ ਗਿਆ ਸੀ, ਤਾਂ ਜਿਹਦੇ ਕਰਕੇ ਮੈਨੂੰ ਚੱਲਣ ਦੇ ਵਿੱਚ ਥੋੜੀ ਦਿੱਕਤ ਆ ਰਹੀ ਸੀ। ਕੱਲ ਹੀ ਪਲਾਸਟਰ ਜਿਹੜਾ ਉਹ ਦੁਬਾਰਾ ਲਗਾਇਆ। ਜਿਵੇਂ ਹੀ ਚੱਲਣ ਜੋਗੇ ਹੋਏ ਆ ਤਾਂ ਕਾਰਗੁਜ਼ਾਰੀ ਅੱਜ ਤੋਂ ਹੀ ਜਿਹੜੀ ਹੈ ਫਿਰ ਆਰੰਭ ਕਰ ਦਿੱਤੀ ਗਈ ਹੈ। ਤਾਂ ਸਾਥੀਓ ਘਬਰਾਉਣਾ ਨਹੀਂ ਜੇ। 2364 ਭਰਤੀ ਹਰ ਹਾਲਤ ਦੇ ਵਿੱਚ ਸਾਥੀਓ ਇਹਨੂੰ ਅਸੀਂ ਪੂਰੀ ਕਰਾਵਾਂਗੇ। ਔਰ ਜਿਨ੍ਹਾਂ ਸਾਥੀਆਂ ਦਾ ਅਜੇ ਤੱਕ ਫੰਡ ਨਹੀਂ ਆਇਆ, ਖਾਸ ਕਰ ਮੈਂ ਉਹਨਾਂ ਸਾਥੀਆਂ ਨੂੰ ਅਪੀਲ ਕਰੂੰਗਾ ਜਿਹੜੇ ਘਰਾਂ 'ਚ ਬੈਠੇ ਨੇ 2364 ਸਿਲੈਕਟਡ ਨੇ। ਸਾਥੀਓ ਮੈਂ ਤੁਹਾਨੂੰ ਦੱਸ ਦਿਆਂ, ਮੈਂ 2364 ਸਿਲੈਕਟਡ ਨਹੀਂ ਹਾਂ, ਫਿਰ ਵੀ ਤੁਹਾਡੇ ਵਾਸਤੇ ਵਰਕ ਕਰ ਰਿਹਾ। ਪਰ ਇਹ ਵੀ ਦੱਸ ਦਈਏ ਕਿ ਆਪਾਂ 2364 ਭਰਤੀ ਦੇ ਵਿੱਚ ਸਾਰੇ ਹੀ ਜ਼ਰੂਰ ਲੱਗਾਂਗੇ। ਔਰ ਉਹਨਾਂ ਸਾਥੀਆਂ ਨੂੰ ਮੇਰੀ ਬੇਨਤੀ ਹੈ ਜਿਹੜੇ 2364 ਸਿਲੈਕਟਡ ਨੇ, ਉਹਨਾਂ ਸਾਥੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਥੀਓ ਸਭ ਤੋਂ ਪਹਿਲਾਂ ਤੁਹਾਡੀ ਜੁਆਇਨਿੰਗ ਹੋਣੀ ਜੇ, ਪਰ ਫੰਡ ਦੇ ਰੂਪ ਵਿੱਚ ਤੁਹਾਡੀ ਸਹਾਇਤਾ ਬਿਲਕੁਲ ਵੀ ਬਹੁਤ ਘੱਟ ਆ ਰਹੀ ਹੈ। ਸੋ ਉਹਨਾਂ ਸਾਥੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਘੱਟੋ ਘੱਟ 2-2000 ਰੁਪਏ ਫੰਡ ਹੈ ਜਿਹੜਾ ਉਹ ਸਾਥੀਓ ਤੁਸੀਂ ਸੁਰਿੰਦਰਪਾਲ ਗੁਰਦਾਸਪੁਰ ਦਾ ਜਿਹੜਾ ਜੁਆਇੰਟ ਅਕਾਊਂਟ ਹੈ ਸੁਖਜੀਤ ਸਿੰਘ ਨਾਭਾ ਦੇ ਨਾਮ ਤੇ ਔਰ ਸੁਰਿੰਦਰਪਾਲ ਗੁਰਦਾਸਪੁਰ ਦੇ ਨਾਮ ਤੇ, ਸੋ ਉਸ ਅਕਾਊਂਟ ਦੇ ਵਿੱਚ ਤੁਸੀਂ ਸਾਥੀਓ 2-2000 ਰੁਪਏ ਫੰਡ ਹੈ ਜਿਹੜਾ ਉਹ ਜ਼ਰੂਰ ਪਾਓ। ਸਾਥੀਓ ਅੱਜ 17 ਤਰੀਕ ਹੋ ਚੱਲੀ ਆ। ਅੱਜ ਔਰ ਕੱਲ 2 ਦਿਨ ਦਾ ਸਮਾਂ ਤੁਹਾਡੇ ਕੋਲ। 2 ਦਿਨ ਦੇ ਵਿੱਚ ਸਾਨੂੰ ਘੱਟੋ ਘੱਟ 50,000 ਰੁਪਏ ਦੀ ਜ਼ਰੂਰਤ ਹੈ। ਜਿੰਨਾ ਚਿਰ ਸਾਡੀ ਫੀਸ ਹੈ ਜਿਹੜੀ ਸਾਡੇ ਵੱਲੋਂ ਵਕੀਲ ਜੀ ਨੂੰ ਨਹੀਂ ਦਿੱਤੀ ਜਾਂਦੀ, ਵਕੀਲ ਸਾਹਿਬ ਨੂੰ ਨਹੀਂ ਦਿੱਤੀ ਜਾਂਦੀ, ਤਾਂ ਸਾਥੀਓ ਤੁਸੀਂ ਆਪ ਦੱਸੋ ਕਿ ਉਹ ਪੈਰਵਾਈ ਜਿਹੜੀ ਹੈ ਸਹੀ ਤਰੀਕੇ ਨਾਲ ਕਿਵੇਂ ਕਰਨਗੇ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜਾ ਆਪ ਦਾ ਬਣਦਾ ਫੰਡ ਹੈ ਉਹ ਤੁਸੀਂ ਜ਼ਰੂਰ ਜਿਹੜਾ ਉਹ ਖਾਤੇ ਵਿੱਚ ਜਮ੍ਹਾਂ ਕਰਵਾਓ। ਆ ਜਿਹੜਾ ਸਾਥੀਓ ਲਿੰਕ ਚੱਲ ਰਿਹਾ, ਲਾਈਵ ਲਿੰਕ ਚੱਲ ਰਿਹਾ, ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਖਾਤੇ ਦੀ ਪੂਰੀ ਡਿਟੇਲ, ਪੇਟੀਐਮ, ਗੂਗਲ ਪੇ, ਫੋਨਪੇ, ਸਾਰੀ ਡਿਟੇਲ ਜਿਹੜੀ ਆ ਉਹ ਲਾਈਵ ਲਿੰਕ ਦੇ ਵਿੱਚ ਸ਼ੇਅਰ ਕੀਤੀ ਹੋਈ ਆ। ਸੋ ਤੁਸੀਂ ਸਾਥੀਓ ਉੱਥੋਂ ਆ ਡਿਟੇਲ ਚੱਕ ਕੇ ਤਾਂ ਫੰਡ ਜਿਹੜਾ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ। ਸਾਥੀਓ ਸਿਰਫ ਔਰ ਸਿਰਫ 2 ਦਿਨ ਜਿਹੜੇ ਤੁਹਾਡੇ ਕੋਲ ਹੈਗੇ ਨੇ। ਸੋ 2 ਦਿਨ ਜਿਹੜੇ ਆ ਇਹ ਤੁਹਾਡੀ 2364 ਭਰਤੀ ਲਈ ਬਹੁਤ ਅਹਿਮ ਦਿਨ ਨੇ। ਸੋ ਇਹਨਾਂ 2 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਭਵਿੱਖ ਆ ਉਹ ਡਿਪੈਂਡ ਕਰਦਾ, ਨਹੀਂ ਤਾਂ ਹੋਊਗਾ ਕਿ ਜੇ ਡੇਟ ਅੱਗੇ ਮਿਲ ਗਈ ਤਾਂ ਹੋਰ ਲੰਬਾ ਚਲਾ ਜਾਊਗਾ। ਸੋ ਸਾਥੀਓ ਫੰਡ ਨੂੰ ਲੈ ਕੇ ਅੱਜ ਦਾ ਸੈਸ਼ਨ ਆ ਜਿਹੜਾ ਲਾਈਵ ਕੀਤਾ ਗਿਆ ਸੀ। ਔਰ ਜਿੱਥੋਂ ਤੱਕ ਭਰਤੀਆਂ ਦੀ ਗੱਲ ਆ, ਸੋ ਭਰਤੀ ਦਾ ਸਾਥੀਓ 2364 ਭਰਤੀ ਜਿਹੜੀ ਆ ਉਹ ਹਰ ਹਾਲੇ ਪੂਰੀ ਕਰਾਵਾਂਗੇ, ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਏ, ਕੋਈ ਵੀ ਐਕਸ਼ਨ ਉਲੀਕਣਾ ਪਵੇ। ਸਾਥੀਓ ਇਹ ਭਰਤੀ ਨਹੀਂ ਰੁਕਦੀ, ਹਰ ਹਾਲੇ ਪੂਰੀ ਕਰਾਵਾਂਗੇ। ਤਾਂ ਸਾਥੀਓ ਜੇ 66-35 ਭਰਤੀ ਆਈ, ਉਹ ਵੀ ਪਤਾ ਕਿਵੇਂ ਆਈ, ਪੂਰੀ ਹੋਈ ਉਹ ਵੀ ਪਤਾ ਕਿਵੇਂ ਪੂਰੀ ਹੋਈ। ਸੋ 2364 ਭਰਤੀ ਵੀ ਸਾਥੀਓ ਨਹੀਂ ਰੁਕੀ। ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਇਹ ਭਰਤੀ ਪੂਰੀ ਨਹੀਂ ਹੁੰਦੀ। ਸਾਥੀਓ ਸਭ ਝੂਠ ਹੈ। ਮੈਂ ਤੁਹਾਨੂੰ ਸਾਫ਼-ਸਾਫ਼ ਕਹਿਣਾ, ਇਹ ਸਰਾਸਰ ਝੂਠ ਹੈਗਾ। ਬਿਲਕੁਲ ਵੀ ਕਿਸੇ ਵੀ ਗੱਲ ਤੇ ਯਕੀਨ ਨਾ ਕਰੋ। ਜਿੰਨਾ ਚਿਰ ਅਸੀਂ 2364 ਭਰਤੀ ਬਾਰੇ ਇਸ ਚੈਨਲ ਦੇ ਮਾਧਿਅਮ ਰਾਹੀਂ, ਇਸ ਪੇਜ ਦੇ ਮਾਧਿਅਮ ਰਾਹੀਂ ਜਿੰਨਾ ਚਿਰ ਅਸੀਂ ਤੁਹਾਨੂੰ ਕੋਈ ਅਪਡੇਟ ਨਹੀਂ ਦਿੰਦੇ, ਕਿਸੇ ਵੀ ਗੱਲ ਤੇ ਜਿਹੜੀ ਆ ਉਹ ਗੌਰ ਨਾ ਕੀਤੀ ਜਾਵੇ, ਕਿਸੇ ਵੀ ਅਫਵਾਹ ਤੇ ਜਿਹੜਾ ਭਰੋਸਾ ਨਾ ਕੀਤਾ ਜਾਵੇ। ਔਰ ਕੁਝ ਸਾਥੀ ਕਹਿੰਦੇ ਨੇ ਜੀ ਸੈਕੰਡ ਲਿਸਟਾਂ ਤੇ ਗੱਲ ਜਿਹੜੀ ਆ ਉਹ ਜ਼ਰੂਰੀ ਆ। ਹਾਂ ਬਿਲਕੁਲ ਜ਼ਰੂਰੀ ਹੈ ਜੀ। ਸੈਕੰਡ ਲਿਸਟਾਂ ਜਿਹੜੀਆਂ ਉਹ ਜਲਦੀ ਤੋਂ ਜਲਦੀ ਕਢਵਾਈਆਂ ਜਾਣਗੀਆਂ। ਸਾਥੀਓ ਸੈਕੰਡ ਲਿਸਟਾਂ ਕਢਵਾਉਣ ਦੇ ਨਾਲ
2364 ਜਿਹੜੇ ਅਧਿਆਪਕ ਨੇ ਉਹਨਾਂ ਨੂੰ ਫਾਇਦਾ ਹੋਊਗਾ, ਕਿਉਂਕਿ ਜਿਹੜੇ ਸੈਕੰਡ ਲਿਸਟ ਦੇ ਵਿੱਚ ਜਿਹੜੇ ਡਿਜ਼ਰਵ ਕਰਦੇ ਨੇ ਸਾਥੀ, ਜੋ 66-35 'ਚ ਜੁਆਇਨ ਕਰਨਗੇ ਤਾਂ 2364 ਦੀ ਮੈਰਿਟ ਜਿਹੜੀ ਉਨੀ ਹੀ ਹੋਰ ਜ਼ਿਆਦਾ ਹੇਠਾਂ ਚਲੀ ਜਾਊਗੀ। ਸੋ ਸਾਡਾ ਜਿਹੜਾ ਧਿਆਨ ਆ ਉਹ ਸੈਕੰਡ ਲਿਸਟਾਂ ਵੱਲ ਵੀ ਹੈਗਾ, 2364 ਭਰਤੀ ਵੱਲ ਤਾਂ ਹੈ ਹੀ ਆ, ਔਰ 66-35 ਭਰਤੀ ਹੈ ਜਿਹੜੀ ਉਹ 2364 ਭਰਤੀ ਪੂਰੀ ਹੋਣ ਤੋਂ ਪਹਿਲਾਂ ਅਸੀਂ 66-35 ਭਰਤੀ ਜਿਹੜੀ ਉਹ ਪੂਰਾ ਕਰਾਉਣ ਤੇ ਪੂਰਾ ਜ਼ੋਰ ਲਾ ਰਹੇ ਹਾਂ, ਤਾਂ ਜੋ 2364 ਭਰਤੀ ਦੀ ਜਿਹੜੀ ਮੈਰਿਟ ਆ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਉਹ ਹੇਠਾਂ ਆ ਸਕੇ। ਸੋ ਸਾਥੀਓ, ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਅੰਤ ਵਿੱਚ ਫਿਰ ਬੇਨਤੀ ਕਰੂੰਗਾ ਕਿ ਜਿਹੜਾ ਫੰਡ ਆ ਤੁਸੀਂ ਸੁਰਿੰਦਰਪਾਲ ਗੁਰਦਾਸਪੁਰ ਦੇ ਨਾਂ ਤੇ ਜਿਹੜਾ ਉਹ ਤੁਸੀਂ ਸਾਥੀਓ ਜਮ੍ਹਾਂ ਕਰਵਾਉਣਾ ਹੈ। ਤਾਂ ਪਿਛਲੇ ਦਿਨੀ ਕੁਝ ਜਥੇਬੰਦੀਆਂ ਦੇ ਆਗੂ ਸਾਹਿਬਾਨ ਸੀਗੇ, ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਸਾਨੂੰ ਹੁਕਮ ਲਾਓ ਔਰ ਜਿੰਨਾ ਵੀ ਕਹੋਗੇ, ਜਿਵੇਂ ਵੀ ਸਾਡੇ ਤੋਂ ਸਰਿਆ ਬਣਿਆ ਹੋਊਗਾ ਅਸੀਂ ਉਹ ਜਿਹੜੀ ਹੈਲਪ ਜ਼ਰੂਰ ਕਰਾਂਗੇ। ਸੋ ਇਸ ਲਾਈਵ ਸੈਸ਼ਨ ਦੇ ਮਾਧਿਅਮ ਰਾਹੀਂ ਮੈਂ ਉਹਨਾਂ ਆਗੂ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ ਕਿ ਜਿੰਨਾ ਕੁ ਅਸੀਂ ਫੰਡ ਦੀ ਜਿਹੜੀ ਆ ਮਦਦ ਸਾਨੂੰ ਮਿਲਣੀ ਚਾਹੀਦੀ ਸੀ ਉਹ ਸਾਨੂੰ ਹਜੇ ਤੱਕ ਨਹੀਂ ਮਿਲੀ। ਸੋ ਸਮਾਂ ਸਾਡੇ ਕੋਲ ਬਹੁਤ ਘੱਟ ਆ। ਸੋ ਮੇਰੀ ਉਹਨਾਂ ਆਗੂਆਂ ਨੂੰ ਵੀ ਬੇਨਤੀ ਆ, ਵੱਖ-ਵੱਖ ਜਿਹੜੇ ਜਥੇਬੰਦੀਆਂ ਦੇ ਆਗੂ ਸੀਗੇ ਜਿਨ੍ਹਾਂ ਨੇ ਮੈਨੂੰ ਫੋਨ ਕਾਲ ਕਰਕੇ ਭਰੋਸਾ ਦਿੱਤਾ ਸੀਗਾ। ਸੋ ਇਸ ਲਾਈਵ ਸੈਸ਼ਨ ਦੇ ਮਾਧਿਅਮ ਰਾਹੀਂ ਮੈਂ ਉਹਨਾਂ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਜਿਹੜਾ ਆਪਦਾ ਜਿਹੜਾ ਬਣਦੀ ਜਿਹੜੀ ਸਹਾਇਤਾ ਉਹ ਸਾਥੀ ਜਿਹੜੇ ਉਹ ਜ਼ਰੂਰ ਦੇ ਦੇਣ, ਤਾਂ ਜੋ ਜਿਹੜੀ ਆ 2364 ਭਰਤੀ ਬਾਰੇ ਜਿਹੜਾ ਜਿਹੜੀ ਅਗਲੇਰੀ ਕਾਰਵਾਈ ਜਿਹੜੀ ਉਹ ਕੀਤੀ ਜਾ ਸਕੇ। ਸੋ ਸਾਥੀਓ, ਮੈਂ ਨਹੀਂ ਸੀ ਚਾਹੁੰਦਾ ਕਿ ਮੈਨੂੰ ਜਿਹੜੇ ਬਾਕੀ ਜਥੇਬੰਦੀ ਦੇ ਆਗੂ ਸਾਹਿਬਾਨ ਨੇ ਉਹਨਾਂ ਤੋਂ ਹੈਲਪ ਲੈਣੀ ਪਵੇ, ਪਰ ਬੜੇ ਦੁਖੀ ਹਿਰਦੇ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਸਾਡੇ ਆਪਣੇ ਹੀ ਸਾਥੀ ਫੰਡ ਦੇਣ ਤੋਂ ਗੁਰੇਜ਼ ਕਰ ਰਹੇ ਨੇ। ਇਹ ਕਿਹਾ ਜਾਂਦਾ ਹੈ ਕਿ ਸੁਰਿੰਦਰਪਾਲ ਦੇ ਖਾਤੇ 'ਚ ਫੰਡ ਨਾ ਪਾਇਆ ਜੇ, ਇਹ 66-35 ਖਰਾਬ ਕਰੂਗਾ। ਸ਼ਰਮ ਕਰੋ ਥੋੜੀ ਬਹੁਤੀ, ਡੁੱਬ ਕੇ ਮਰ ਜਾਓ। ਤੁਹਾਡੇ ਵਿੱਚ ਸ਼ਰਮ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ, ਜਮਾਂ ਗੈਰਤ ਨਹੀਂ ਹੈਗੀ ਤੁਹਾਡੇ ਵਿੱਚ। ਜਿਹੜੇ ਰਿਮੋਟ ਤੇ ਤੁਸੀਂ ਕੰਟਰੋਲ ਹੁੰਦੇ ਹੋ ਨਾ, ਉਹਨਾਂ ਦੇ ਸੈੱਲ ਖਤਮ ਹੋ ਚੁੱਕੇ ਨੇ। ਜੋ ਆਪਣੇ ਦਿਲ 'ਚ ਹੁੰਦਾ ਉਹ ਬੋਲਿਆ ਕਰੋ, ਕਿਸੇ ਦੇ ਕਹਿਣ ਤੇ ਨਾ ਬੋਲਿਆ ਕਰੋ। ਸੋ ਸਾਥੀਓ, ਜੇ ਕਿਸੇ ਨੂੰ ਮੇਰੀ ਸ਼ਬਦਾਵਲੀ ਚੰਗੀ ਨਾ ਲੱਗੀ ਹੋਵੇ ਤਾਂ ਸਾਥੀਓ ਮੈਂ ਸਾਰਿਆਂ ਤੋਂ ਮਾਫੀ ਮੰਗਦਾ। 66-35 ਭਰਤੀ ਸਾਥੀਓ ਜਿੰਨਾ ਮੈਨੂੰ ਦੁੱਖ ਹੈ ਸਾਥੀਓ ਸ਼ਾਇਦ ਕਿਸੇ ਨੂੰ ਹੋਵੇ ਨਾ ਹੋਵੇ। ਬਹੁਤ ਸਾਰੇ ਸਾਥੀਆਂ ਨੂੰ ਤਕਲੀਫ ਹੈ, ਲਿਸਟਾਂ ਜਨਤਕ ਨਹੀਂ ਹੋਈਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਨੇ। ਮੈਂ ਸਾਥੀਓ ਉਹਨਾਂ ਗੱਲਾਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸਾਥੀਓ ਮਾਫੀ ਚਾਹੁੰਦੇ ਹਾਂ, ਕੋਈ ਮੰਦਾ ਚੰਗਾ ਬੋਲਿਆ ਹੋਵੇ। ਅੰਤ ਦੇ ਵਿੱਚ ਫੰਡ ਦੀ ਅਪੀਲ ਕਰਦੇ ਆ। ਧੰਨਵਾਦ।